शरण तुम्हारी आयो। नानक के प्रभ साथ तुम दाते ठाकुर प्रतिपालक। नायक खसम हमारे निमक निमक तुम ही प्रतिपालो। निमक निमक तुम ही प्रतिपालो। हम बारिक तुमरे तारे। जिह्वा एक कवन गुण कहिए बेशुमार बेअंत स्वामी। तेरो अंत न किन्ही लहिए। कोट अपराध हमारे खंडो। अनक विधि समझावो। हम अज्ञान अल्प मत थोरी। तुम आपन बिरद रखावो। तुम्हारी शरण तुम्हारी आसा। तुम ही सज्जन सुहेले। राखो राखन हार दयाला। नानक करके गोले। राखो राखन हार दयाला। नानक करके गोले। ज्यों बुलावो त्यों बोलै स्वामी। कुदरत कवन हमारी। साध संग नानक जस गायो। जो प्रभ की अत प्यारी। तेरे कवन कवन गुण कह गावा। तू साहिब गुणी निधाना। तुमरी महिमा बरन न सकूं। तू ठाकुर ऊच भगवाना। तुमरी महिमा बरन न सकूं। तू ठाकुर ऊच भगवाना। जुग जुग अटल सतगुरु। गुरगद्दी ते सुभाईमान दसां पातशाहियां दी जोत सतगुरु गरीब नवाज भगत वत्सल पतित पावन ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਮੁਬਾਰਕ ਹਜ਼ੂਰੀ ਵਿਖੇ ਜੁੜ ਬੈਠੀ ਸਨਮਾਨ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ। ਸਤਿਗੁਰੂ ਜੀ ਨੇ ਬੇਅੰਤ ਰਹਿਮਤਾਂ ਬਖਸ਼ਿਸ਼ਾਂ ਵਰਤਾਈਆਂ। ਆਪਣੀ ਪਾਵਨ ਪਵਿੱਤਰ ਸੁਭਾਗ ਅੰਮ੍ਰਿਤਮਈ ਹਜ਼ੂਰੀ ਦੀ ਦਾਤ, ਚਰਨ ਸ਼ਰਨ ਦੀ ਦਾਤ, ਗੋਦ ਦੀ ਦਾਤ ਬਖਸ਼ਿਸ਼ ਕੀਤੀ ਹੈ ਔਰ ਗੁਰੂ ਕੇ ਪਾਵਨ ਦਰਬਾਰ ਦਾ ਆਨੰਦ ਮਾਣਦਿਆਂ ਹੋਇਆ ਗੁਰੂ ਘਰ ਦੇ ਸਨਮਾਨ ਸਤਿਕਾਰਯੋਗ ਕੀਰਤਨੀਆਂ ਪਾਸੋਂ ਇਲਾਹੀ ਬਾਣੀ ਪਾਵਨ ਪਵਿੱਤਰ ਤੁਰ ਕੀ ਸਾਚੀ ਬਾਣੀ ਦੇ ਸ਼ਬਦ ਕੀਰਤਨ
ਪਿਆਰ ਸਤਿਕਾਰ ਸਹਿਤ ਨਿਤਾ ਪ੍ਰਤੀ ਦੀ ਤਰ੍ਹਾਂ ਆਪ ਜੀ ਨੇ ਸ਼ਰਵਣ ਕੀਤੇ ਨੇ। ਕੀਰਤਨ ਤੋਂ ਉਪਰੰਤ ਗੁਰਬਾਣੀ ਵਿਚਾਰ ਦੇ ਨਾਲ ਜੁੜੀਏ। ਭਗਤ ਕਬੀਰ ਸਾਹਿਬ ਜੀ ਦੇ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਦੀ ਸਾਂਝ ਪਾਈਏ। ਸਭ ਤੋਂ ਪਹਿਲਾਂ ਸਰਬੰਸ ਦਾਨੀ ਅੰਮ੍ਰਿਤ ਦੇ ਦਾਤੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ। ਅਦਬ ਪਿਆਰ ਸਤਿਕਾਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਤ ਕਬੀਰ ਸਾਹਿਬ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਹੋਏ 218 ਸ਼ਲੋਕਾਂ ਤੱਕ ਦੀ ਵਿਚਾਰ ਸ਼ਲੇਰਿਆਂ ਦੀਵਾਨਾਂ 'ਚ ਆਪ ਜੀ ਨੇ ਲਗਾਤਾਰ ਸ਼ਰਵਣ ਕੀਤੀ ਹੈ ਔਰ ਇਸ ਤੋਂ ਅਗਲੇ ਬਚਨਾਂ ਦੀ ਮਿੱਥੇ ਹੋਏ ਸਮੇਂ ਮੁਤਾਬਕ ਆਪਾਂ ਵਿਚਾਰ ਦੀ ਸਾਂਝ ਪਾਵਾਂਗੇ। ਕੱਲ੍ਹ ਜਿੱਥੋਂ ਵਿਚਾਰ ਨੂੰ ਸੰਕੋਚਿਆ ਸੀ, ਕਬੀਰ ਸਾਹਿਬ ਜੀ ਨੇ ਇਹ ਸਮਝਾਇਆ ਕਿ ਬੰਦਾ ਕੋਠੇ ਮੰਡਪ ਮਾੜੀਆਂ ਦੇ ਹੇਤ 'ਚ ਫਸਿਆ ਰਹਿੰਦਾ ਹੈ ਔਰ ਇਸੇ ਮੋਹ ਮਮਤਾ 'ਚ ਆਤਮਿਕ ਮੌਤ ਸਹੇੜ ਲੈਂਦਾ ਹੈ। ਹੁੰਦਾ ਭਾਵੇਂ ਜਿਉਂਦਾ ਹੈ, ਪਰ ਜਿਉਂਦਾ ਹੋਣ ਦੇ ਬਾਵਜੂਦ ਵੀ ਇਹ ਅਸਲ 'ਚ ਜਿਉਂਦਾ ਨਹੀਂ ਹੈ, ਆਤਮਿਕ ਮੌਤੇ ਮਰਿਆ ਹੈ। ਤੇ ਕਬੀਰ ਸਾਹਿਬ ਨੇ ਦੋ ਪੱਖ ਜਿਹੜੇ ਸਾਡੇ ਸਾਹਮਣੇ ਰੱਖੇ। ਇੱਕ, ਸਾਨੂੰ ਜਿਉਂਦੇ ਰਹਿਣ ਦੇ ਲਈ ਕਿੰਨੀ ਕੁ ਜਗ੍ਹਾ ਚਾਹੀਦੀ ਹੈ, ਤੇ ਦੂਜੇ ਨੰਬਰ 'ਤੇ ਬੰਦਾ ਮਰਦਾ ਵੀ ਹੈ ਤੇ ਕਿੰਨੀ ਕੁ ਜਗ੍ਹਾ ਹੁੰਦੀ ਹੈ ਜਦੋਂ ਅਖੀਰ 'ਚ ਜਿੱਥੇ ਉਹ ਸਮਾ ਜਾਂਦਾ ਹੈ। ਭਾਵੇਂ ਕਿਸੇ ਨੂੰ ਦਫਨਾਉਂਦੇ ਨੇ, ਕਿਸੇ ਨੂੰ ਸਾੜਦੇ ਨੇ। ਬੰਦੇ ਦੇ ਕੱਦ ਮੁਤਾਬਕ 5-6 ਫੁੱਟ ਦਾ ਸਰੀਰ ਤੇ ਓਨੀ ਜਗ੍ਹਾ ਦੇ ਵਿੱਚ ਹੀ ਸਮਾ ਜਾਂਦਾ ਹੈ। ਸੋ ਕਬੀਰ ਸਾਹਿਬ ਕਹਿੰਦੇ ਖੇਡ ਤਾਂ ਤੇਰੀ ਮਸਾਂ ਕਾਰਜ 3.5 ਹੱਥ ਘਣੀ ਕੇ 3.25 ਦਾ ਹੈ। ਗੱਲ ਤਾਂ ਇੰਨੀ ਕੁ ਹੈ, ਪਰ ਤੂੰ ਜ਼ਿੰਦਗੀ ਭਰ ਪਤਾ ਨਹੀਂ ਕਿੰਨੇ ਮਹਿਲ ਮਾੜੀਆਂ ਉਸਾਰਨ ਦੇ ਵਿੱਚ ਹੀ ਉਲਝਿਆ ਰਹਿੰਦਾ ਹੈ। ਜਾਂ ਇੱਕ ਥਾਂ ਕਬੀਰ ਸਾਹਿਬ ਨੇ ਇਹ ਵੀ ਕਿਹਾ ਹੈ, ਵੱਡ ਵੱਡ ਰੂਧੈ ਥਾਉ, ਬਹੁਤੀਆਂ ਤੋਂ ਬਹੁਤੀਆਂ ਜਗ੍ਹਾ 'ਤੇ ਕਬਜ਼ੇ ਕਰਨ ਵਾਲੀ ਬਿਰਤੀ। ਅੱਜ ਦੇ ਅਗਲੇਰੇ ਸ਼ਲੋਕ ਅੰਦਰ 219 ਨੰਬਰ ਸ਼ਲੋਕ ਅੰਦਰ ਕਬੀਰ ਸਾਹਿਬ ਫਰਮਾਨ ਕਰਦੇ ਹਨ ਕਿ ਮਨੁੱਖੀ ਮਨ ਅੰਦਰ ਹਰ ਵਕਤ ਚਿੰਤਾਵਾਂ ਚੱਲਦੀਆਂ ਨੇ। ਉਹ ਚਿੰਤਾਵਾਂ ਦੋ ਪੱਖ ਹੁੰਦੇ ਹਨ, ਜਾਂ ਤਾਂ ਬੰਦਾ ਲੰਘ ਚੁੱਕੇ ਬਾਰੇ ਸੋਚਦਾ ਹੈ ਜਾਂ ਆਉਣ ਵਾਲੇ ਬਾਰੇ ਸੋਚਦਾ ਹੈ, ਜਾਂ ਪਿਛਲੇ ਲੰਘ ਚੁੱਕੇ ਨੂੰ ਸੋਚਦਾ ਹੈ, ਜਾਂ ਆਉਣ ਵਾਲੇ ਸਮੇਂ ਦੀਆਂ ਜਾਂ ਚਿੰਤਾਵਾਂ ਹੁੰਦੀਆਂ ਨੇ, ਜਾਂ ਕੁਝ ਪਲੈਨਿੰਗ ਹੁੰਦੀਆਂ ਨੇ ਜੋ ਮਨੁੱਖ ਆਪਣੇ ਮਨ ਅੰਦਰ ਬਣਾਉਂਦਾ ਹੈ। ਕਈ ਕੁਝ ਬੰਦਾ ਸੋਚਦਾ ਹੈ ਤੇ ਕਈ ਵਾਰ ਉਹ ਸੋਚ ਇੰਨੀ ਗਹਿਰੀ ਚਲੀ ਜਾਂਦੀ ਹੈ ਕਿ ਇੱਕ ਚਿੰਤਾ ਦਾ ਰੂਪ ਧਾਰਨ ਕਰ ਲੈਂਦੀ ਹੈ। ਭਵਿੱਖ ਬਾਰੇ, ਫਿਊਚਰ ਬਾਰੇ ਸੋਚ ਕੇ। ਹਾਲਾਂਕਿ ਸਤਿਗੁਰੂ ਨੇ ਬਾਣੀ 'ਚ ਬਹੁਤ ਸਾਰੇ ਪ੍ਰਮਾਣ ਦੇ ਕੇ ਤੇ ਸਾਨੂੰ ਇੱਕ ਗੱਲ ਤਾਂ ਵਾਰ-ਵਾਰ ਸਮਝਾਈ ਹੈ ਕਿ ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ, ਉਹਨੇ ਸੰਸਾਰ ਦੀ ਖੇਡ ਇੱਦਾਂ ਦੀ ਬਣਾਈ, ਉਹ ਸਭ ਤੱਕ ਰਿਜ਼ਕ ਪਹੁੰਚਾਉਂਦਾ ਪਿਆ ਹੈ। ਰੋਜ਼ ਆਪਾਂ ਸੋਦਰ ਦੀ ਬਾਣੀ 'ਚ ਸਤਿਗੁਰੂ ਜੀ ਦੇ ਇਹ ਬਚਨ ਪੜ੍ਹਦੇ ਹਾਂ, ਕਾਹੇ ਰੇ ਮਨ ਚਿਤਵੈ ਉਦਮ ਜਾਇਆ ਹਰ ਜੀਉ ਪਰਿਆ, ਸੈਲ ਪੱਥਰ ਮੈਂ ਜੰਤ ਉਪਾਇਆ ਤਾਕਾ ਰਿਜ਼ਕ ਆਗੈ ਕਰ ਧਰਿਆ। ਪੱਥਰਾਂ 'ਚ ਜੀਵ ਵਾਹਿਗੁਰੂ ਨੇ ਪੈਦਾ ਕੀਤੇ ਨੇ, ਉੱਥੇ ਵੀ ਤੇ ਉਹਨਾਂ ਦੇ ਰਿਜ਼ਕ ਦਾ ਪ੍ਰਬੰਧ ਕੀਤਾ ਹੀ ਹੋਇਆ ਹੈ ਨਾ। ਤੇ ਪੱਥਰ 'ਚ ਵਸਣ ਵਾਲਾ ਜੀਵ ਕੋਈ ਕੱਲ੍ਹ ਦੇ ਰਿਜ਼ਕ ਦੀ ਚਿੰਤਾ ਨਹੀਂ ਕਰਦਾ, ਵਾਹਿਗੁਰੂ ਆਪੇ ਹੀ ਉਹਦੇ ਰਿਜ਼ਕ ਦਾ ਪ੍ਰਬੰਧ ਕਰ ਦਿੰਦਾ ਹੈ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ, ਜਨਨ ਪਿਤਾ ਲੋਕ ਸੁਤ ਬੰਤਾ, ਕੋਏ ਨਾ ਕਿਸ ਕੀ ਧਰਿਆ, ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਮਹਾਰਾਜ ਕਹਿੰਦੇ ਭਾਵੇਂ ਕੋਈ ਪੁੱਤਰ ਹੈ, ਪਿਤਾ ਹੈ, ਪਤੀ ਹੈ, ਪਤਨੀ ਹੈ, ਮਾਤਾ ਹੈ,
कोई भी है, मत कोई इस भुलेखे च रवे कि मैं कमा के लिआउंदा हाँ ते बाकी परिवार टब्बर तां खांदा ते बाकी तां जिउंदे हन। हर घर दा ਵੱਖਰੇ ਵੱਖਰੇ ਤਰੀਕੇ ਦਾ ਪ੍ਰਬੰਧ ਹੈ। ਕਿਸੇ ਜਗ੍ਹਾ 'ਤੇ ਆਦਮੀ ਨੌਕਰੀ ਕਰ ਰਿਹਾ ਹੈ, ਕਿਸੇ ਜਗ੍ਹਾ 'ਤੇ ਪਤਨੀ ਨੌਕਰੀ ਕਰ ਰਹੀ ਹੈ, ਕਿਧਰੇ ਮਾਤਾ ਪਿਤਾ ਹੁਣ ਬਿਰਧ ਨੇ, ਬੱਚੇ ਕਮਾਉਂਦੇ ਪਏ ਨੇ, ਕਿਧਰੇ ਮਾਤਾ ਪਿਤਾ ਬੱਚਿਆਂ ਨੂੰ ਕਮਾ ਕੇ ਲਿਆ ਕੇ ਦਿੰਦੇ ਹਨ। ਸੋ ਇਹ ਤਾਂ ਭਾਵੇਂ ਕਿਰਤ ਵਿਰਤ ਦਾ ਸੰਸਾਰ ਦਾ ਇੱਕ ਦਸਤੂਰ ਹੈ, ਇਹ ਵੀ ਵਾਹਿਗੁਰੂ ਨਿਰੰਕਾਰ ਦਾ ਹੀ ਬਣਾਇਆ ਹੈ। ਕੱਲ੍ਹ ਵੀ ਆਪਾਂ ਉਹ ਬਚਨ ਸਾਂਝੇ ਕੀਤੇ ਸਨ। ਬਿਰਧ ਭਇਆ ਉਪਰ ਸਾਕ ਸੈਨ, ਮੁਖ ਅਪਿਆਉ ਬੈਠ ਕੋ ਦੈਨ। ਇਹ ਵੀ ਵਾਹਿਗੁਰੂ ਦੀ ਬਣਾਈ ਹੋਈ ਹੀ ਇੱਕ ਖੇਡ ਹੈ, ਇੱਕ ਕੁਦਰਤ ਹੈ। ਪਰ ਇਹ ਸਾਰੇ ਇੱਕ ਵਸੀਲਾ ਹਨ। ਪਿੱਛੇ ਸਾਰਾ ਕੁਝ ਬਖਸ਼ਣ ਵਾਲਾ ਤੇ ਉਹ ਅਕਾਲ ਪੁਰਖ ਪਰਮਾਤਮਾ ਹੈ, ਨਿਰੰਕਾਰ ਹੈ। ਤੇ ਮਹਾਰਾਜ ਨੇ ਬੜੀ ਸੋਹਣੀ ਉਦਾਹਰਣ ਦਿੱਤੀ ਕਿ ਜੇ ਤੇਰੇ ਮਨ 'ਚ ਇਹ ਭੁਲੇਖਾ ਹੈ ਕਿ ਮੈਂ ਪਾਲਦਾ ਤੇ ਤਾਂ ਬੱਚੇ ਪਲ ਰਹੇ ਨੇ, ਜੇ ਮੈਂ ਨਾ ਹੋਵਾਂ ਇਹਨਾਂ ਦੇ ਕੋਲ ਤੇ ਇਹਨਾਂ ਦੇ ਮੂੰਹ ਰਿਜ਼ਕ ਨਹੀਂ ਪੈ ਸਕਦਾ, ਤੇ ਸਤਿਗੁਰੂ ਨੇ ਫਿਰ ਉਸੇ ਵਕਤ ਅਗਲੀ ਉਦਾਹਰਣ ਇਹ ਦੇ ਦਿੱਤੀ ਕਿ ਊਡੈ ਊਡ ਆਵੈ ਸਹਿ ਕੋਸਾਂ, ਤਿਸ ਪਾਛੈ ਬਚਰੇ ਚਰਿਆ, ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਕੂੰਜਾਂ ਤੇ ਆਪਣੇ ਬੱਚੇ ਦੇ ਕੋਲ ਨਹੀਂ ਹਨ, ਪਰ ਕੀ ਉਹਨਾਂ ਦੇ ਬੱਚੇ ਪੜ੍ਹਦੇ ਨਹੀਂ ਹਨ? ਕੀ ਉਹਨਾਂ ਦੇ ਬੱਚਿਆਂ ਨੂੰ ਰਿਜ਼ਕ ਨਹੀਂ ਮਿਲਦਾ ਹੈ? ਮਹਾਰਾਜ ਕਹਿੰਦੇ ਕੌਣ ਉਹਨਾਂ ਨੂੰ ਰਿਜ਼ਕ ਦਿੰਦਾ ਪਿਆ ਹੈ, ਕੌਣ ਉਹਨਾਂ ਨੂੰ ਪਾਲ ਰਿਹਾ ਹੈ? ਉਹ ਤਾਂ ਕੇਵਲ ਬੱਚਿਆਂ ਨੂੰ ਯਾਦ ਹੀ ਕਰ ਸਕਦੀਆਂ ਨੇ, ਰਿਜ਼ਕ ਨਹੀਂ ਦੇ ਸਕਦੀਆਂ, ਕਿਉਂਕਿ ਉਹ ਤੇ ਊਡੈ ਊਡ ਆਵੇ ਸਹਿ ਕੋਸਾਂ, ਉੱਡ ਕੇ ਤੇ ਸੈਂਕੜੇ ਕੋਹਾਂ ਦੂਰ ਆਪਣੇ ਬੱਚਿਆਂ ਤੋਂ ਪਹੁੰਚ ਗਈਆਂ ਹਨ। ਕੌਣ ਦਿੰਦਾ ਪਿਆ ਹੈ ਰਿਜ਼ਕ? ਤੇ ਜਿਹੜਾ ਉਹਦੇ ਬੱਚਿਆਂ ਨੂੰ ਪਾਲਣ ਵਾਲਾ ਹੈ, ਉਹ ਤੇਰਿਆਂ ਨੂੰ ਵੀ, ਹਰ ਇੱਕ ਜੀਵ ਨੂੰ ਪਾਲਣ ਵਾਲਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਅਸਲੀ ਦਾਤਾ ਤੇ ਉਹ ਹੈ, ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ, ਜਨ ਨਾਨਕ ਬਲ ਬਲ ਸਦ ਬਲ ਜਾਈਏ, ਤੇਰਾ ਅੰਤ ਨਾ ਪਾਰਾ ਵਰਿਆ। ਉਸ ਮਾਲਕ ਤੋਂ ਬਲਿਹਾਰ ਜਾਵੋ ਜਿਹਦੇ ਕੋਲ ਸਾਰੀਆਂ ਰਿੱਧੀਆਂ ਸਿੱਧੀਆਂ ਨਿੱਧੀਆਂ ਦਾਤਾਂ ਹਨ। ਭਗਤ ਧੰਨਾ ਜੀ ਦਾ ਇੱਕ ਬੜਾ ਪਿਆਰਾ ਬਚਨ ਹੈ। ਉਹ ਕਹਿੰਦੇ ਜਨਨੀ ਕੇਰੇ ਉਦਰ ਉਦਕ ਮੈਂ ਪਿੰਡ ਕੀਆ, 10 ਦੁਆਰਾ ਦੇ ਆਹਾਰ ਅਗਨ ਮੈਂ ਰਾਖੈ, ਐਸਾ ਖਸਮ ਹਮਾਰਾ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੈ, ਸੋ ਕਿਉਂ ਮਨੋ ਵਿਸਾਰੀਐ। ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਜਿਹੜਾ ਮਾਂ ਦੇ ਉਦਰ ਅੰਦਰ ਪਾਲਣ ਵਾਲਾ, ਉਹ ਬਾਹਰ ਵੀ ਪਾਲਣ ਵਾਲਾ ਹੈ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ, ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਹ ਸਭ ਉਸ ਕਰਤੇ ਪੁਰਖ ਦੀ ਵਾਹਿਗੁਰੂ ਦੀ ਖੇਡ ਹੈ, ਤੇ ਉਹ ਆਪ ਹੀ ਸੰਸਾਰ ਨੂੰ ਚਲਾਉਣ ਵਾਲਾ ਹੈ। ਤੁਧ ਸੰਸਾਰ ਉਪਾਇਆ, ਸਿਰੈ ਸਿਰ ਧੰਦੈ ਲਾਇਆ, ਵੇਖੈ ਕੀਤਾ ਆਪਣਾ ਕਰ ਕੁਦਰਤ ਪਾਸਾ ਢਾਲ ਜੀਓ। ਸੋ ਕਬੀਰ ਸਾਹਿਬ ਕਹਿੰਦੇ ਹੁਣ ਅਸੀਂ ਬੈਠੇ ਚਿੰਤਾ ਕਰੀ ਜਾਈਏ, ਚਿਤਵੀ ਜਾਈਏ, ਕੀ ਹੋਵੇਗਾ ਉਹਦੇ ਨਾਲ। ਕਬੀਰ ਜੋ ਮੈਂ ਚਿਤਵੋ ਨਾ ਕਰੈ, ਕਿਆ ਮੇਰੇ ਚਿਤਵੈ ਹੋਏ। ਉਹ ਕਹਿੰਦੇ ਜੋ ਮੈਂ ਚਿਤਵਦਾ ਹਾਂ ਉਹ ਤੇ ਹੁੰਦਾ ਨਹੀਂ ਹੈ, ਤੇ ਜਦੋਂ ਮੇਰੇ ਚਿਤਵਣ ਦੇ ਨਾਲ ਜੋ ਮੈਂ ਸੋਚਦਾ ਪਿਆ ਹਾਂ ਉਹ ਹੋਣਾ ਹੀ ਨਹੀਂ ਹੈ, ਤੇ ਫਿਰ ਮੈਂ ਐਵੇਂ ਚਿਤਵਦਾ ਸੋਚਦਾ ਚਿੰਤਾ ਗਰਸਿਆ ਫਸਿਆ ਰਵਾਂ। ਕਿਉਂਕਿ ਮਨੁੱਖ ਤਾਂ ਆਪਣੀ ਥਾਂ ਤੇ ਬਹੁਤ ਕੁਝ ਸੋਚਦਾ ਹੈ। ਅਸੀਂ ਲੋਕ ਬੜੀ ਤਰ੍ਹਾਂ ਦੀ ਪਲੈਨਿੰਗ ਕਰਕੇ ਚੱਲਦੇ ਹਾਂ, ਪਰ ਹਮੇਸ਼ਾ ਸਾਡੀ ਸੋਚ ਦੇ ਮੁਤਾਬਕ ਅਗਲੇਰੀਆਂ ਘਟਨਾਵਾਂ ਨਹੀਂ ਵਰਤਦੀਆਂ ਹਨ, ਜੀਵਨ ਨਹੀਂ ਚੱਲਦਾ ਹੈ। ਬਹੁਤ ਵਾਰ ਐਸਾ ਹੁੰਦਾ ਹੈ ਅਸੀਂ ਸੋਚਿਆ ਕੁਝ ਹੋਰ ਹੁੰਦਾ ਹੈ, ਅੱਗੇ ਵਰਤ ਕੁਝ ਹੋਰ ਜਾਂਦਾ ਹੈ। ਜਿਹਨੂੰ ਮਹਾਰਾਜ ਕਹਿੰਦੇ ਮਤਾ ਕਰੈ ਪੱਛਮ ਕੈ ਤਾਈ, ਪੂਰਬ ਹੀਲੇ ਜਾਤ। ਬੰਦਾ ਕਿਸੇ ਹੋਰ ਪਾਸੇ ਜਾਣ ਦੀ ਤਿਆਰੀ ਕਰਕੇ ਬੈਠਾ ਹੁੰਦਾ ਹੈ, ਅਚਾਨਕ ਕੋਈ ਸੂਚਨਾ ਇੱਦਾਂ ਦੀ ਆਉਂਦੀ ਹੈ, ਹੋਰ ਦਾ ਹੋਰ ਪਾਸੇ ਭੱਜਣਾ ਪੈਂਦਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਹਨ, ਨਰ ਚਾਹਤ ਕਛ ਔਰੈ ਕੀ ਔਰੈ ਭਈ। ਬੰਦਾ ਕੁਝ ਹੋਰ ਚਾਹੁੰਦਾ ਹੈ, ਪਰ ਹੋ ਕੁਝ ਹੋਰ ਦਾ ਹੋਰ ਜਾਂਦਾ ਹੈ। ਜੋ ਇਹਨੇ ਨਹੀਂ ਸੋਚਿਆ ਹੁੰਦਾ ਉਹ ਹੋ ਜਾਂਦਾ ਹੈ।
नर चाहत कछ औरै की औरै पई, चितवत रहे उठ गौर, नानक फांसी गल परी। ਇਹ ਹੋ ਸਕਦਾ ਹੈ ਕਿਸੇ ਨੂੰ ਠੱਗਣ ਦਾ ਸੋਚਦਾ ਪਿਆ ਹੋਵੇ, ਕਿਸੇ ਨੂੰ ਮਾਰਨ ਦਾ ਸੋਚਦਾ ਪਿਆ ਹੋਵੇ ਔਰ ਫਾਹਾ ਇਹਦੇ ਆਪਣੇ ਗਲ ਆਣ ਪਵੇ। ਜਿਵੇਂ ਬਾਬਾ ਫਰੀਦ ਸਾਹਿਬ ਦੇ ਵੀ ਉਹ ਬਚਨ ਆਪਾਂ ਪੜ੍ਹਦੇ ਹਾਂ, ਫਰੀਦਾ ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ। ਦਰਿਆ ਦੇ ਕਿਨਾਰੇ ਬੈਠਾ ਬਗਲਾ ਆਪਣੀਆਂ ਕੇਲਾਂ 'ਚ ਲੱਗਿਆ ਹੋਇਆ ਹੈ ਕਿ ਕਦੋਂ ਕੋਈ ਮੱਛੀ ਨੇੜੇ ਆਵੇਗੀ ਮੈਂ ਉਹਨੂੰ ਝਪਟ ਲਵਾਂਗਾ, ਸ਼ਿਕਾਰ ਬਣਾਵਾਂਗਾ ਆਪਣਾ। ਉਹ ਇਹ ਥੋੜ੍ਹਾ ਸੋਚਦਾ ਹੈ ਕਿ ਮੇਰੇ ਉੱਪਰ ਵੀ ਕੋਈ ਮੈਨੂੰ ਸ਼ਿਕਾਰ ਬਣਾਉਣ ਦੀ ਤਿਆਰੀ ਕਰਕੇ ਖੜਾ ਹੈ, ਇਹ ਥੋੜ੍ਹਾ ਕੋਈ ਸੋਚਦਾ ਹੈ। ਪਰ ਮਹਾਰਾਜ ਕਹਿੰਦੇ ਹੁੰਦਾ ਇੱਦਾਂ ਹੀ ਹੈ। ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ, ਕੇਲ ਕਰੇਂਦੇ ਹੰਝ ਨੂੰ ਅਚਿੰਤੈ ਬਾਜ ਪਏ। ਉਹ ਕਿਸੇ ਹੋਰ ਨੂੰ ਮਾਰਨ ਦੀ ਸੋਚ ਰਿਹਾ ਸੀ, ਉਲਟਾ ਫਾਹਾ ਉਹਦੇ ਆਪਣੇ ਗਲ ਪੈ ਗਿਆ, ਉਹਨੂੰ ਪਤਾ ਵੀ ਨਾ ਲੱਗਿਆ ਕਿਹੜੇ ਵੇਲੇ ਅਚਿੰਤੈ ਬਾਜ ਪਏ। ਔਰ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ, ਜਿਵੇਂ ਆਣ ਮੌਤ ਨੇ ਝਪਟਿਆ। ਉੱਪਰੋਂ ਉਹਦਾ ਸ਼ਿਕਾਰ ਕਰਨ ਵਾਲੇ ਸ਼ਿਕਾਰੀ ਨੇ ਆ ਕੇ ਆਣ ਜਦੋਂ ਗਰਦਨ ਦੱਬ ਲਈ। ਹੁਣ ਕਿੱਥੇ ਸਾਹਮਣੇ ਵਾਲੀਆਂ ਕੇਲਾਂ ਦਾ ਚੇਤਾ ਹੈ, ਭਾਵੇਂ ਮੱਛੀਆਂ ਨੇੜੇ ਵੀ ਆ ਜਾਣ, ਹੁਣ ਉਧਰ ਥੋੜ੍ਹਾ ਧਿਆਨ ਹੈ ਮਾਰਨ ਵਾਲਾ, ਹੁਣ ਤੇ ਆਪਣੇ ਆਪ ਨੂੰ ਬਚਾਉਣ ਦੀ ਚਿੰਤਾ ਲੱਗੀ ਹੈ। ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ, ਜੋ ਮਨ ਚੇਤਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ। ਜੋ ਮਨ ਚਿੱਤ ਚੇਤੇ ਦੇ ਵਿੱਚ ਵੀ ਨਹੀਂ ਸੀ, ਉਹੀ ਕੁਝ ਆਣ ਬਣ ਗਿਆ, ਆਣ ਵਰਤਿਆ। ਸੋ ਕਬੀਰ ਸਾਹਿਬ ਕਹਿੰਦੇ ਜੋ ਮੈਂ ਚਿਤਵੂ ਨਾ ਕਰੈ, ਜੋ ਮੈਂ ਚਿਤਵਦਾ ਭਾਵ ਜੋ ਅਸੀਂ ਸੰਸਾਰ ਦੇ ਜੀਵ ਚਿਤਵਦੇ ਹਾਂ, ਹਮੇਸ਼ਾ ਅਕਾਲ ਪੁਰਖ ਪਰਮਾਤਮਾ ਰੱਬ ਉੱਦਾਂ ਨਹੀਂ ਕਰਦਾ ਹੈ। ਕਿਆ ਮੇਰਾ ਚਿਤਵੈ ਹੋਏ, ਸਾਡੇ ਚਿਤਵਣ ਦੇ ਨਾਲ ਕੀ ਹੋਏਗਾ? ਕਿਉਂਕਿ ਇੱਥੇ ਤੇ ਹਰ ਬੰਦਾ ਸੰਸਾਰ ਨੂੰ ਆਪਣੀ ਸੋਚ ਤੇ ਆਪਣੀ ਮਰਜ਼ੀ ਦੇ ਮੁਤਾਬਕ ਚਲਾਉਣਾ ਚਾਹੁੰਦਾ ਹੈ। ਪਰ ਉਸ ਕਾਦਰ ਦੀ ਕਾਇਨਾਤ ਦੇ ਅੰਦਰ ਕੇਵਲ ਇੱਕ ਜੀਵ ਜਾਂ ਅਸੀਂ ਹੀ ਨਹੀਂ ਹਾਂ, ਬੇਅੰਤ ਜੀਵ ਹਨ। ਉਹਨੇ ਤੇ ਸਭ ਨੂੰ ਪਾਲਣਾ, ਸਭ ਨੂੰ ਸੰਭਾਲਣਾ ਹੈ। ਜਿਵੇਂ ਪਿਛਲੇ ਦਿਨੀ ਵੀ ਇੱਕ ਘਟਨਾ ਆਪ ਜੀ ਦੇ ਨਾਲ ਸਾਂਝੀ ਕੀਤੀ ਸੀ ਕਿ ਉਹ ਦੋ ਧੀਆਂ ਆਦਮੀ ਦੀਆਂ, ਇੱਕ ਦਾ ਖੇਤੀਬਾੜੀ ਦਾ ਕੰਮ ਸੀ ਤੇ ਇੱਕ ਉਹ ਮਿੱਟੀ ਦੇ ਭਾਂਡੇ ਤਿਆਰ ਕਰਦੇ ਸਨ। ਉਹ ਬਜ਼ੁਰਗ ਗਿਆ ਧੀਆਂ ਨੂੰ ਮਿਲਣ ਦੇ ਲਈ, ਇੱਕ ਦੇ ਕੋਲ ਗਿਆ, ਉਹਨਾਂ ਫਸਲ ਬੀਜੀ, ਕਹਿਣ ਲੱਗੇ ਪਿਤਾ ਜੀ ਜੇ ਮੀਂਹ ਨਾ ਆਇਆ ਅਸੀਂ ਤਾਂ ਮਰ ਗਏ, ਫਸਲ ਹੋਣੀ ਕੋਈ ਨਹੀਂ ਹੈ ਤੇ ਸਾਡੇ ਪੱਲੇ ਪੈਣਾ ਕੁਝ ਨਹੀਂ ਹੈ, ਕਰਜ਼ ਚੁੱਕਿਆ ਉਤਰਨਾ ਨਹੀਂ ਹੈ। ਦੂਜੀ ਦੇ ਕੋਲ ਗਿਆ ਤੇ ਉਹ ਕਹਿਣ ਲੱਗੀ ਪਿਤਾ ਜੀ ਜੇ ਮੀਂਹ ਪੈ ਗਿਆ ਤੇ ਅਸੀਂ ਤਾਂ ਸਮਝੋ ਬਰਬਾਦ ਜੇ, ਕਰਜ਼ਾ ਚੁੱਕਿਆ ਹੈ, ਬਰਤਨ ਕੱਚੇ ਪਏ ਨੇ, ਬਾਹਰ ਸੁੱਕਣੇ ਪਾਏ, ਜੇ ਮੀਂਹ ਪੈ ਗਿਆ ਸਾਰਾ ਕੁਝ ਰੁੜ ਜਾਏਗਾ, ਸਾਡੀ ਤਾਂ ਜ਼ਿੰਦਗੀ ਗਈ। ਹੁਣ ਉਹ ਘਰ ਵਾਪਸ ਜਦੋਂ ਪਰਤਿਆ, ਘਰਵਾਲੀ ਨੇ ਵੇਖਿਆ ਚਿੰਤਾ ਦੀਆਂ ਲਕੀਰਾਂ ਮੱਥੇ ਤੇ ਪੁੱਛ ਲਿਆ ਕਿ ਧੀਆਂ ਠੀਕ ਹਨ, ਇੰਨੀ ਚਿੰਤਾ 'ਚ ਕਿਉਂ ਹੋ? ਉਹ ਕਹਿਣ ਲੱਗਾ ਠੀਕ ਤੇ ਹਨ ਪਰ ਬਚੇਗੀ ਦੋਵਾਂ ਦੇ ਵਿੱਚੋਂ ਇੱਕ ਹੀ। ਜੇ ਮੀਂਹ ਪੈ ਗਿਆ ਤੇ ਫਿਰ ਉਹ ਨਹੀਂ ਬਚਦੀ ਜਿਨ੍ਹਾਂ ਦਾ ਭਾਂਡਿਆਂ ਦਾ ਕਾਰੋਬਾਰ ਹੈ, ਤੇ ਜੇ ਮੀਂਹ ਨਾ ਪਿਆ ਤੇ ਹੁਣ ਉਹ ਨਹੀਂ ਬਚੇਗੀ ਜਿਨ੍ਹਾਂ ਦਾ ਫਸਲ ਦਾ ਕੰਮ ਹੈ। ਹੁਣ ਵੇਖੋ ਦੋਵੇਂ ਧਿਰਾਂ ਆਪਣੀ ਆਪਣੀ ਸੋਚ ਦੇ ਮੁਤਾਬਕ ਰੱਬ ਨੂੰ ਵੀ ਚਲਾਉਣਾ ਚਾਹੁੰਦੀਆਂ ਹਨ। ਜਿਨ੍ਹਾਂ ਦਾ ਜਿੱਦਾਂ ਦਾ ਕਾਰੋਬਾਰ ਉਹ ਚਾਹੁੰਦਾ ਹੈ ਰੱਬ ਸਾਡੇ ਮੁਤਾਬਕ ਚੱਲੇ, ਗੁਰੂ ਸਾਡੇ ਮੁਤਾਬਕ ਚੱਲੇ। ਦੂਜਾ ਚਾਹੁੰਦਾ ਹੈ ਅਕਾਲ ਪੁਰਖ ਜਾਂ ਗੁਰੂ ਸਾਡੇ, ਅਸੀਂ ਚਾਹੁੰਦੇ ਹਾਂ ਸਾਡੇ ਮੁਤਾਬਕ ਗੁਰੂ ਚੱਲੇ, ਅਸੀਂ ਗੁਰੂ ਮੁਤਾਬਕ ਨਹੀਂ ਚੱਲਣਾ ਚਾਹੁੰਦੇ। ਕਈ ਵਾਰ ਐਸਾ ਹੁੰਦਾ ਹੈ, ਕਈਆਂ ਘਰਾਂ 'ਚ ਕੋਈ ਖੁਸ਼ੀ ਦਾ ਸਮਾਗਮ ਹੈ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਪ੍ਰਕਾਸ਼ਮਾਨ ਹੋਏ ਤੇ ਮਹਾਰਾਜ ਨੇ ਮੁੱਖ ਵਾਕ ਬਖਸ਼ਿਆ। ਹੁਣ ਮੁੱਖ ਵਾਕ ਦੀ ਇੱਕ ਮਰਿਆਦਾ ਹੈ, ਜੋ ਆਪਾਂ ਹੁਕਮਨਾਮਾ ਸਾਹਿਬ ਲੈਂਦੇ ਹਾਂ ਕਿ ਖੱਬੇ ਅੰਗ ਤੋਂ ਜਿਹੜਾ ਸਭ ਤੋਂ ਪਹਿਲੇ ਨੰਬਰ ਦਾ ਸ਼ਬਦ ਹੈ ਬਸ ਉਹ ਮੁੱਖ ਵਾਕ ਹੈ। ਜੇ ਪਿਛਲੇ ਪੰਨੇ ਤੋਂ ਸ਼ੁਰੂ ਹੁੰਦਾ ਹੈ ਉਹਨੂੰ ਪੰਨਾ ਪਿਛਾਂਹ ਕਰਕੇ ਪੜ੍ਹ ਲਵੋ, ਜੇ ਬਿਲਕੁਲ ਉੱਪਰ ਤੋਂ ਸ਼ੁਰੂ ਹੋ ਰਿਹਾ ਹੈ ਤੇ ਸ਼ਬਦ ਉੱਪਰੋਂ ਸ਼ੁਰੂ ਕਰ ਲਵੋ। ਹੁਣ ਖੁਸ਼ੀ ਦਾ ਪ੍ਰੋਗਰਾਮ ਤੇ
ਗੁਰੂ ਮਹਾਰਾਜ ਨੂੰ ਪ੍ਰਕਾਸ਼ਮਾਨ ਕੀਤਾ। ਮੁੱਖ ਵਾਕ ਆ ਗਿਆ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਿਆ। ਹੁਣ ਕਈ ਲੋਕ ਇਤਰਾਜ਼ ਕਰ ਜੀ, ਇਹ ਕੀ, ਇਹ ਤੇ ਸਾਡਾ ਤੇ ਖੁਸ਼ੀ ਦਾ ਪ੍ਰੋਗਰਾਮ ਸੀ, ਤੁਸੀਂ ਕਿਹੜਾ ਮੁੱਖ ਵਾਕ ਲੈ ਦਿੱਤਾ ਹੈ। ਹੁਣ ਉਹ ਤੇ ਗੁਰੂ ਬਖਸ਼ ਰਿਹਾ ਹੈ, ਤੇ ਜੋ ਗੁਰੂ ਨੇ ਬਖਸ਼ਿਆ ਹੈ ਉਹ ਸਾਡਾ ਫਰਜ਼ ਹੈ ਉਹਨੂੰ ਝੋਲੀ 'ਚ ਪਵਾਈਏ। ਪਰ ਅਸੀਂ ਕਹਿੰਦੇ ਹਾਂ ਕਿ ਜਿਹੜਾ ਮੁੱਖ ਵਾਕ ਆਵੇ ਗੁਰੂ ਕਾ, ਉਹ ਸਾਡੀ ਬੱਚਿਆਂ ਦੇ ਨਾਂ ਅਸੀਂ ਪਹਿਲਾਂ ਡਿਸਾਈਡ ਕੀਤੇ ਹੁੰਦੇ, ਸੋਚਦੇ ਬਸ ਉਹ ਵਾਲੇ ਅੱਖਰ ਦਾ ਸ਼ਬਦ ਆਵੇ ਤੇ ਅਸੀਂ ਬੱਚੇ ਦਾ ਨਾਮ। ਕਈ ਪਰਿਵਾਰ ਮੈਂ ਐਸੇ ਵੀ ਵੇਖੇ ਨੇ, ਬੱਚੇ ਦਾ ਨਾਮ ਰੱਖਣ ਦੇ ਲਈ 4-4 5-5 ਗੁਰਦੁਆਰਿਆਂ 'ਚ ਜਾਂਦੇ ਨੇ, ਇੱਕ ਜਗ੍ਹਾ ਨੂੰ ਛੱਡ ਕੇ ਜਿਹੜਾ ਮਰਜ਼ੀ ਦਾ ਨਾਂ ਰੱਖਣਾ, ਉਹ ਮੁੱਖ ਵਾਕ ਲਿਆ ਨਹੀਂ ਆਇਆ, ਚੁੱਪ ਚਾਪ ਚਲੇ ਗਏ, ਕੋਈ ਨਾ ਜੀ ਬੱਚੇ ਦਾ ਨਾਂ ਰੱਖ ਕੇ ਦੱਸ, ਫਿਰ ਦੂਜੇ 'ਚ ਚਲੇ ਜਾਂਦੇ, ਉੱਥੋਂ ਮੁੱਖ ਵਾਕ। ਇਹ ਹੁਣ ਮਹਾਰਾਜ ਮੁਤਾਬਕ ਨਹੀਂ ਚੱਲ ਰਹੇ, ਮਹਾਰਾਜ ਨੂੰ ਆਪਣੀ ਮਰਜ਼ੀ ਦੇ ਮੁਤਾਬਕ ਅਸੀਂ ਚਲਾਉਣਾ ਚਾਹੁੰਦੇ ਹਾਂ, ਤੇ ਫਿਰ ਕਹਿੰਦੇ ਹਾਂ ਕਿ ਗੁਰੂ ਦੀਆਂ ਬਖਸ਼ਿਸ਼ਾਂ ਝੋਲੀ 'ਚ ਪੈਣ, ਖੁਸ਼ੀਆਂ ਝੋਲੀ 'ਚ ਪੈਣ। ਕਿੱਦਾਂ? ਜੇ ਗੁਰੂ ਨੂੰ ਸਮਰਪਿਤ ਨਹੀਂ ਹੁੰਦੇ ਹਾਂ ਤੇ ਫਿਰ ਗੱਲ ਕਿੱਦਾਂ ਬਣ ਸਕਦੀ ਹੈ। ਔਰ ਮਾਲਕ ਦੀ ਇਸ ਖੇਡ ਅੰਦਰ, ਕੁਦਰਤ ਸੰਸਾਰ ਸ੍ਰਿਸ਼ਟੀ ਅੰਦਰ ਕੇਵਲ ਅਸੀਂ ਨਹੀਂ ਹਾਂ, ਸਾਰੀ ਕਾਇਨਾਤ ਹੈ, ਉਹਨੇ ਸਭ ਦੀ ਪਾਲਣਾ ਸੰਭਾਲਣਾ ਕਰਨੀ ਹੈ। ਪਰ ਅਸੀਂ ਚਾਹੁੰਦੇ, ਹਰ ਬੰਦਾ ਚਾਹੁੰਦਾ ਹੈ ਕਿ ਰੱਬ ਮੇਰੀ ਮਰਜ਼ੀ ਦੇ ਮੁਤਾਬਕ ਚੱਲੇ, ਰੱਬ ਆਹ ਚੰਗਾ ਨਹੀਂ ਕਰਦਾ, ਪਰਮਾਤਮਾ ਨੇ ਆਹ ਚੰਗਾ ਨਹੀਂ ਕੀਤਾ। ਹਰ ਬੰਦਾ ਆਪਣੇ ਆਪਣੇ ਤਰੀਕਿਆਂ ਦੇ ਨਾਲ ਉਲਾਮੇ ਤੇ ਦੇਈ ਜਾਂਦਾ ਹੈ, ਪਰ ਕਿੰਨਾ ਕੁਝ ਪਰਮਾਤਮਾ ਦਾ ਬਖਸ਼ਿਆ ਹੋਇਆ ਹੁੰਦਾ ਹੈ ਜਿਹਦਾ ਅਸੀਂ ਕਦੇ ਸ਼ੁਕਰਾਨਾ ਵੀ ਨਹੀਂ ਕਰਦੇ ਹਾਂ। ਸੋ ਕਬੀਰ ਸਾਹਿਬ ਕਹਿੰਦੇ, ਆਪਣਾ ਚਿਤ ਵਿਹਾਰ ਕਰੈ ਜੋ ਮੇਰੇ ਚਿਤ ਨਾ ਹੋਏ। ਅਸਲ 'ਚ ਅਕਾਲ ਪੁਰਖ ਨੇ ਉਹੀ ਕਰਨਾ ਹੈ ਜੋ ਉਸ ਮਾਲਕ ਦੀ ਰਜ਼ਾ ਹੈ, ਮਾਲਕ ਦੀ ਮਰਜ਼ੀ ਹੈ, ਤੇ ਹੋ ਸਕਦਾ ਹੈ ਮਾਲਕ ਉਹ ਵਰਤਾਵੇ ਜੋ ਮੇਰੇ ਚਿੱਤ ਨਾ ਹੋਏ, ਜੋ ਸਾਡੇ ਚਿੱਤ ਚੇਤੇ ਦੇ ਵਿੱਚ ਵੀ ਨਾ ਹੋਵੇ, ਪਰ ਅਕਾਲ ਪੁਰਖ ਦੀ ਰਜ਼ਾ ਹੈ ਤੇ ਉਹ ਵਰਤ ਜਾਂਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਉਹਦੀ ਰਜ਼ਾ ਨੂੰ, ਭਾਣੇ ਨੂੰ ਮਿੱਠਾ ਕਰਕੇ ਮੰਨਣਾ ਸਿੱਖੋ। ਸੁੱਖ ਝੋਲੀ 'ਚ ਪਵੇ ਤਾਂ ਵੀ ਉਹਦੀ ਦਾਤ, ਦੁੱਖ ਝੋਲੀ, ਕਿਉਂਕਿ ਜਿਨ੍ਹਾਂ ਦਾ ਉਲਾਮੇ ਦੇਣ ਵਾਲਾ ਸੁਭਾਅ ਬਣ ਜਾਏ, ਜੇ ਸਾਡਾ ਸੁਭਾਅ ਹੈ, ਅਸੀਂ ਜਿੱਧਰ ਨੂੰ ਆਪਣਾ ਸੁਭਾਅ ਬਣਾ ਲਵਾਂਗੇ, ਸਹਿਜੇ ਸਹਿਜੇ ਮਨ ਤੇ ਸੁਭਾਅ ਉਸੇ ਤਰ੍ਹਾਂ ਦਾ ਬਣਦਾ ਜਾਂਦਾ ਹੈ। ਚਿੜਚਿੜਾਪਨ ਉਸੇ ਤਰ੍ਹਾਂ ਵੱਧਦਾ ਜਾਂਦਾ। ਜੇ ਹਸਮੁਖ ਸੁਭਾਅ ਬਣਾ ਕੇ ਬੰਦਾ ਰੱਖੇ, ਉਸੇ ਤਰ੍ਹਾਂ ਜੇ ਭਾਣਾ ਮੰਨਣ ਵਾਲੀ ਬਿਰਤੀ ਬਣਾ ਕੇ ਬੰਦਾ ਚੱਲੇ ਤੇ ਭਾਣਾ ਮੰਨਣ ਵਾਲਾ ਬਣਦਾ ਸੁਭਾਅ, ਤੇ ਜੇ ਕੇਵਲ ਤਰਕ ਕੁਤਰਕ ਕਰਨ ਵਾਲਾ ਹੈ ਤੇ ਫਿਰ ਉਹ ਸਹਿਜੇ ਸਹਿਜੇ ਸੁਭਾਅ ਤੇ ਬਿਰਤੀ ਉਸੇ ਤਰ੍ਹਾਂ ਦੀ ਬਣਦੀ ਜਾਂਦੀ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਨੇ ਉਦਾਹਰਣ ਵੀ ਦਿੱਤੀ ਹੈ ਕਿ ਲੱਕੜ ਨੂੰ ਜਿੱਧਰ ਨੂੰ ਮਰਜ਼ੀ ਮੋੜਿਆ ਜਾ ਸਕਦਾ ਹੈ, ਬਾਂਸ ਦੀ ਲੱਕੜ ਨੂੰ, ਇਸੇ ਤਰ੍ਹਾਂ ਇਹ ਮਨ ਦਾ ਸੁਭਾਅ ਹੈ। ਸੋ ਮਹਾਰਾਜ ਕਹਿੰਦੇ, ਦੁੱਖ ਸੁੱਖ ਤੇਰੀ ਆਗਿਆ ਪਿਆਰੇ। ਹੇ ਮੇਰੇ ਦਾਤਾ, ਜੇ ਸੁੱਖ ਆਉਂਦਾ ਹੈ ਇਹ ਵੀ ਤੇਰੀ ਆਗਿਆ, ਜੇ ਦੁੱਖ ਆਉਂਦਾ ਹੈ ਉਹ ਵੀ ਤੇਰੀ ਆਗਿਆ ਹੀ ਹੈ। ਕਬੀਰ ਸਾਹਿਬ ਕਹਿੰਦੇ, ਆਪਣਾ ਚਿਤ ਵਿਹਾਰ ਕਰੈ ਜੋ ਮੇਰਾ ਚਿਤ ਨਾ ਹੋਏ। ਆਪਣੀ ਮਰਜ਼ੀ ਉਹ ਅਕਾਲ ਪੁਰਖ ਵਾਹਿਗੁਰੂ ਕਰਦਾ ਹੈ, ਤੇ ਹੋ ਸਕਦਾ ਹੈ ਉਹ ਰਜ਼ਾ ਵਰਤਾਵੇ ਜੋ ਸਾਡੇ ਚਿੱਤ ਚੇਤੇ ਦੇ ਵਿੱਚ ਵੀ ਨਾ ਹੋਵੇ। ਹੁਣ ਇਹ ਸ਼ਲੋਕ ਹੈ ਕਬੀਰ ਸਾਹਿਬ ਜੀ ਦਾ, ਤੇ ਇਸੇ ਸ਼ਲੋਕ ਦੀ ਅੱਗੇ ਵਿਆਖਿਆ ਦੇ ਵਿੱਚ 2 ਸ਼ਲੋਕ ਗੁਰੂ ਸਾਹਿਬਾਨਾਂ ਦੇ ਹਨ। ਇੱਕ ਧੰਨ ਗੁਰੂ ਅਮਰਦਾਸ ਸਾਹਿਬ ਦਾ, ਇੱਕ ਗੁਰੂ ਅਰਜਨ ਦੇਵ ਜੀ ਦਾ। ਜਿਹੜੀ ਗੱਲ ਕਬੀਰ ਸਾਹਿਬ ਨੇ ਕੀਤੀ ਹੈ ਨਾ, ਜਿਵੇਂ 2-3 ਬੰਦੇ ਬੈਠੇ ਹੋਣ ਤੇ ਇੱਕ ਬੰਦਾ ਕੋਈ ਗੱਲ ਕਰੇ, ਦੂਜਾ ਆਪਣਾ ਪੱਖ, ਤੀਜਾ ਆਪਣਾ ਪੱਖ ਰੱਖਦਾ, ਇਸੇ ਤਰ੍ਹਾਂ ਇੱਕ ਵਿਚਾਰ ਕਬੀਰ ਸਾਹਿਬ ਨੇ ਦੇ ਦਿੱਤੀ। ਉਸ ਵਿਚਾਰ ਦੇ ਹੋਰ ਵਿਸਥਾਰ ਦੇ ਲਈ ਅੱਗੇ ਗੁਰੂ ਅਮਰਦਾਸ ਮਹਾਰਾਜ ਨੇ ਆਪਣਾ ਪੱਖ ਰੱਖਿਆ ਹੈ। ਜਦੋਂ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਸ ਕਬੀਰ ਸਾਹਿਬ ਦੇ ਸ਼ਲੋਕ ਪਹੁੰਚੇ, ਉਹਨਾਂ ਨੇ ਆਪਣਾ ਪੱਖ ਰੱਖਿਆ, ਤੇ ਅਗਾਂਹ ਜਦੋਂ ਉਹ ਬਾਣੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਪਹੁੰਚੀ ਤੇ ਉਹਨਾਂ ਨੇ ਫਿਰ ਉੱਥੇ 2 ਪੰਕਤੀਆਂ ਦਾ ਸ਼ਲੋਕ ਉਚਾਰ ਕੇ ਆਪਣਾ ਪੱਖ ਵੀ ਰੱਖਿਆ। ਕਬੀਰ ਸਾਹਿਬ ਦੇ ਸ਼ਲੋਕ ਦੇ ਅੱਗੇ ਗੁਰੂ ਅਮਰਦਾਸ ਸਾਹਿਬ ਦਾ ਬਚਨ ਹੈ ਮਹੱਲਾ ਤੀਜਾ। ਮਹੱਲਾ ਤੀਜਾ ਦਾ ਮਤਲਬ ਇਹ ਸ਼ਲੋਕ ਗੁਰੂ ਅਮਰਦਾਸ ਜੀ ਦਾ ਹੈ। ਹੁਣ ਇੱਥੋਂ ਇੱਕ ਚੀਜ਼ ਹੋਰ ਸਮਝਣ ਵਾਲੀ ਹੈ, ਕਿਉਂਕਿ ਕੁਝ ਲੋਕਾਂ ਦਾ ਇਹ ਵੀ ਮੰਨਣਾ ਜਾਂ ਇੱਕ ਇਹ ਸੋਚ ਬਣ ਗਈ, ਕਈ ਗ੍ਰੰਥ ਕਿਤਾਬਾਂ ਇਸ ਚੀਜ਼ ਤੇ ਕਈਆਂ ਨੇ ਲਿਖ ਦਿੱਤੇ ਕਿ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ
ਜਦੋਂ ਉਹ ਸਤਿਗੁਰਾਂ ਦਾ ਪਾਵਨ ਸਵਰੂਪ ਲਿਖਾਉਂਦੇ ਪਏ ਸਨ, ਉਦੋਂ ਪਹਿਲਾਂ ਭਗਤ ਬਾਣੀ ਉਹਨਾਂ ਦੇ ਕੋਲ ਨਹੀਂ ਸੀ। ਉਦੋਂ ਭਗਤ ਉਹਨਾਂ ਦੇ ਕੋਲ ਚੱਲ ਕੇ ਆਏ ਸਨ। ਕਈਆਂ ਕਹਿ ਦਿੱਤਾ ਜੀ ਭਗਤਾਂ ਦੀਆਂ ਰੂਹਾਂ ਚੱਲ ਕੇ ਆਈਆਂ ਸਨ ਅਤੇ ਉਹ ਬਾਣੀ ਉਹਨਾਂ ਨੇ ਲਿਖਵਾਈ ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹ ਬਾਣੀ ਲਿਖੀ। ਪਰ ਸਿਧਾਂਤਕ ਤੌਰ 'ਤੇ ਜਦੋਂ ਆਪਾਂ ਵੇਖਦੇ ਹਾਂ, ਹੁਣ ਜੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਸ ਭਗਤ ਚੱਲ ਕੇ ਆਏ ਨੇ ਅਤੇ ਫਿਰ ਇਹ ਸਲੋਕ ਕਬੀਰ ਸਾਹਿਬ ਦੇ ਸਲੋਕਾਂ ਦੇ ਨਾਲ ਜਿਹੜਾ ਗੁਰੂ ਅਮਰਦਾਸ ਸਾਹਿਬ ਦਾ ਰਲਦਾ ਸਲੋਕ ਕਿੱਥੋਂ ਆ ਗਿਆ? ਅਸਲ 'ਚ ਭਗਤ ਗੁਰੂ ਅਰਜਨ ਸਾਹਿਬ ਦੇ ਕੋਲ ਨਹੀਂ ਆਏ ਸਨ। ਭਗਤਾਂ ਦੀ ਬਾਣੀ ਤਾਂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਕੱਤਰ ਕੀਤੀ ਸੀ ਉਦਾਸੀਆਂ ਸਮੇਂ। ਉਹ ਬਾਣੀ ਹੀ ਅੱਗੇ ਤੋਂ ਅੱਗੇ ਬਾਕੀ ਪਾਤਸ਼ਾਹੀਆਂ ਤੱਕ ਪਹੁੰਚਦੀ ਰਹੀ ਅਤੇ ਫਿਰ ਗੁਰੂ ਅਰਜਨ ਸਾਹਿਬ ਜੀ ਨੇ ਉਹ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੂਪ ਦੇ ਵਿੱਚ ਲਿਖਵਾਈ। ਖੈਰ, ਕਬੀਰ ਸਾਹਿਬ ਜੀ ਦਾ ਸਲੋਕ ਹੈ, ਕਬੀਰ ਜੋ ਮੈਂ ਚਿਤਮੂ ਨਾ ਕਰੈ, ਕਿਆ ਮੇਰੇ ਚਿਤਵੈ ਹੋਏ, ਆਪਣਾ ਚਿਤਵਿਆ ਹਰ ਕਰੈ, ਜੋ ਮੇਰੇ ਚਿਤ ਨਾ ਹੋਏ। ਅੱਗੇ ਗੁਰੂ ਅਮਰਦਾਸ ਸਾਹਿਬ ਦਾ ਬਚਨ ਮਹੱਲਾ ਤੀਜਾ, ਕਹਿੰਦੇ ਚਿੰਤਾ ਪੇ ਆਪ ਕਰਾਏ ਸੀ, ਅਚਿੰਤ ਪੀ ਆਪੇ ਦੇ। ਹੁਣ ਉਹ ਕਬੀਰ ਸਾਹਿਬ ਜੀ ਦੇ ਸਲੋਕ ਤੋਂ ਅੱਗੇ ਗੱਲ ਕਰ ਰਹੇ ਨੇ ਕਿ ਇਹ ਕਬੀਰ ਜੀ, ਜੀਵ ਵਿਚਾਰੇ ਦੇ ਵਸ ਦੇ ਵਿੱਚ ਵੀ ਕੀ ਹੈ, ਜੇ ਜੀਵ ਦੇ ਮਨ ਅੰਦਰ ਚਿੰਤਾਵਾਂ ਬਣਦੀਆਂ ਨੇ, ਕੋਈ ਸੋਚਾਂ ਫਿਕਰਾਂ ਵਿਚਾਰਾਂ ਬਣਦੀਆਂ ਨੇ, ਤੇ ਚਿੰਤਾ ਵੀ ਆਪ ਕਰਾਏ ਸੀ। ਉਹ ਜਿਹੜੀਆਂ ਅੰਦਰ ਚਿੰਤਾਵਾਂ ਬਣਦੀਆਂ ਨੇ, ਉਹ ਚਿੰਤਾ ਵੀ ਅਸਲ ਦੇ ਵਿੱਚ ਪਰਮਾਤਮਾ ਆਪ ਹੀ ਪੈਦਾ ਕਰਦਾ ਹੈ। ਔਰ ਅਚਿੰਤ ਵੀ ਆਪੇ ਦੇ, ਫਿਰ ਜੀਵਾਂ ਨੂੰ ਚਿੰਤਾ ਤੋਂ ਮੁਕਤ ਵੀ ਉਹ ਪਰਮਾਤਮਾ ਆਪ ਹੀ ਕਰਦਾ ਹੈ। ਚਿੰਤਾ ਪੈਦਾ ਕਰਨ ਵਾਲਾ ਵੀ ਉਹ ਹੈ ਤੇ ਚਿੰਤਾਵਾਂ ਤੋਂ ਮੁਕਤੀ ਬਖਸ਼ਣ ਵਾਲਾ ਵੀ ਉਹ ਹੈ। ਨਾਨਕ ਸੋ ਸਾਲਾਹੀ ਹੈ, ਜੇ ਸਭਨਾ ਸਾਰ ਕਰੇ। ਇਸ ਕਰਕੇ ਮਹਾਰਾਜ ਕਹਿੰਦੇ ਉਹਨੂੰ ਸਲਾਉਣਾ ਹੈ ਜੇ ਸਭਨਾ ਸਾਰ ਕਰੇ। ਜਿਹੜਾ ਅਕਾਲ ਪੁਰਖ ਪਰਮਾਤਮਾ ਸਭ ਦੀ ਸੰਭਾਲਣਾ ਕਰ ਰਿਹਾ, ਚਿੰਤਾਵਾਂ ਵੀ ਪੈਦਾ ਕਰਦਾ ਹੈ, ਚਿੰਤਾਵਾਂ ਖਤਮ ਵੀ ਕਰਦਾ ਹੈ, ਉਹਦੀ ਖੇਡ ਹੈ। ਦੁੱਖ ਵੀ ਪੈਦਾ ਕਰਦਾ, ਫਿਰ ਦੁੱਖ ਖਤਮ ਕਰਕੇ ਸੁੱਖ ਉਪਜਦੇ ਨੇ। ਕੁਦਰਤ ਦਾ ਇਹ ਇੱਕ ਸਰਕਲ ਚੱਲ ਰਿਹਾ ਹੈ ਸੰਸਾਰ ਅੰਦਰ। ਮਹਾਰਾਜ ਕਹਿੰਦੇ ਡੋਲਣਾ ਤੇ ਭਟਕਣਾ ਨਹੀਂ ਹੈ, ਅਡੋਲ ਤੇ ਥਿਰ ਰਹਿਣਾ ਹੈ। ਜਿਵੇਂ ਹਰ ਕਾਲੀ ਬੋਲੀ ਰਾਤ ਤੋਂ ਬਾਅਦ ਚਾਨਣ ਭਰੀ ਪ੍ਰਭਾਤ ਹੈ, ਹਰੇਕ ਦੁੱਖ ਤੋਂ ਬਾਅਦ ਸੁੱਖ ਹੈ, ਚਿੰਤਾ ਤੋਂ ਬਾਅਦ ਅਚਿੰਤਾ ਹੈ, ਚਿੰਤਾ ਰਹਿਤ ਹੈ। ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰਾਖੇਗਾ ਸਿਰਜਣਹਾਰ, ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਮਹਾਰਾਜ ਕਹਿੰਦੇ ਹੈ ਪ੍ਰਾਣੀ ਹੈ ਜੀਵ, ਤੂੰ ਕਿਉਂ ਡੋਲ ਰਿਹਾ? ਡੋਲਣਾ ਨਹੀਂ ਹੈ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਵਾਹਿਗੁਰੂ ਨੂੰ ਸਭ ਦੀ ਚਿੰਤਾ ਹੈ। ਉਹ ਜਲ ਮੈਂ ਜੰਤ ਉਪਾਇਨ ਤਿੰਨਾ ਪੀ ਰੋਜੀ ਦੇ। ਜੀ ਪਾਣੀ 'ਚ ਜੀਵ ਪੈਦਾ ਕਰਕੇ ਉੱਥੇ ਵੀ ਰਿਜ਼ਕ, ਪੱਥਰ 'ਚ ਜੀਵ ਪੈਦਾ ਕਰਕੇ ਉੱਥੇ ਵੀ ਰਿਜ਼ਕ ਦਿੰਦਾ ਪਿਆ ਹੈ। ਮਾਂ ਦੇ ਉਦਰ ਅੰਦਰ ਜੀਵ ਨੂੰ ਪੈਦਾ ਕਰਕੇ ਰਿਜ਼ਕ ਬਖਸ਼ਦਾ ਪਿਆ ਹੈ। ਹਰ ਜਗ੍ਹਾ 'ਤੇ ਰਿਜ਼ਕ ਪਹੁੰਚਾਉਂਦਾ ਪਿਆ ਹੈ। ਇਸ ਕਰਕੇ ਮਹਾਰਾਜ ਕਹਿੰਦੇ ਡੋਲਣਾ ਨਹੀਂ ਹੈ। ਨਾਨਕ ਸੋ ਸਾਲਾਹੀ ਹੈ, ਜੇ ਸਭਨਾ ਸਾਰ ਕਰੇ। ਜਿਹੜਾ ਮਾਲਕ ਸਭ ਦੀ ਸੰਭਾਲਣਾ ਕਰਦਾ ਹੈ, ਬਸ ਉਹਨੂੰ ਸਲਾਉਣਾ ਹੈ। ਭਾਵੇਂ ਚਿੰਤਾ ਦਾ ਸਮਾਂ ਹੋਵੇ, ਭਾਵੇਂ ਚਿੰਤਾ ਤੋਂ ਅਸੀਂ ਮੁਕਤੀ ਪਾ ਲਈ ਹੋਵੇ, ਦੋਵਾਂ ਸਮਿਆਂ ਦੇ ਵਿੱਚ, ਭਾਵ ਦੁੱਖ ਵੇਲੇ ਵੀ ਸੁੱਖ ਵੇਲੇ ਵੀ। ਦਿਨ ਰਾਤੀ ਆਰਾਤੀ ਪਿਆਰੇ, ਨਿਮਖ ਨਾ ਕੀਜੈ ਢੀਲਾ। ਹੁਣ ਇਹਦੋਂ ਅੱਗੇ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸਲੋਕ ਹੈ ਤੇ ਸਲੋਕ ਉਸੇ ਲੜੀ 'ਚ ਉਸੇ ਵਿਚਾਰ ਦੇ ਅਧੀਨ ਹੈ। ਮਹੱਲਾ ਪੰਜਵਾਂ, ਭਾਵ ਗੁਰੂ ਅਰਜਨ ਸਾਹਿਬ ਜੀ ਦਾ ਸਲੋਕ, ਕਬੀਰ ਰਾਮ ਨਾ ਚੇਤਿਓ ਫਿਰਿਆ ਲਾਲਚ ਮਾਹੇ। ਹੁਣ ਕਬੀਰ ਸਾਹਿਬ ਨੇ ਕਿਹਾ ਕਿ ਜੋ ਅਸੀਂ ਚਿਤਵਦੇ ਹਾਂ ਉਹ ਨਹੀਂ ਹੁੰਦਾ, ਜੋ ਰੱਬ ਦੀ ਮਰਜ਼ੀ ਆ ਉਹ ਹੁੰਦਾ ਹੈ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਚਿੰਤਾ ਵੀ ਉਹ ਪੈਦਾ ਕਰਨ ਵਾਲਾ ਹੈ, ਚਿੰਤਾ ਮੁਕਤ ਵੀ ਉਹ ਬਣਾਉਣ ਵਾਲਾ ਹੈ। ਇਸ ਕਰਕੇ ਉਹਨੂੰ ਸਲਾਹੋ ਜਿਹੜਾ ਸਾਰਿਆਂ ਦੀ ਸਾਰ ਕਰ ਰਿਹਾ ਹੈ। ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਅਸਲ 'ਚ ਬਹੁਤੀਆਂ ਚਿੰਤਾਵਾਂ ਦੇ ਵਿੱਚ ਬੰਦਾ ਫਸਦਾ ਕਿਹੜਾ ਹੈ? ਚਿੰਤਾਵਾਂ 'ਚ ਕੌਣ ਫਸਦਾ ਹੈ? ਜਿਹਦਾ ਖਲਾਰਾ ਜ਼ਿਆਦਾ ਵੱਧ ਗਿਆ ਹੈ। ਤੇ ਖਲਾਰਾ ਕੌਣ ਜ਼ਿਆਦਾ ਵਧਾਉਂਦਾ ਹੈ? ਜਿਹਨੂੰ ਰੱਬ ਚੇਤੇ ਨਹੀਂ ਹੈ, ਪਰਮਾਤਮਾ ਦਾ ਚੇਤਾ ਨਹੀਂ, ਜਿਹੜਾ ਕੇਵਲ ਪਦਾਰਥਾਂ ਦੀ ਉਲਝਣ 'ਚ ਫਸਿਆ, ਪਦਾਰਥਾਂ ਦੇ ਲੋਭ ਲਾਲਚ 'ਚ ਫਸਿਆ ਹੋਇਆ ਹੈ। ਕਬੀਰ ਰਾਮ ਨਾ ਚੇਤਿਓ,
ਉਹ ਬੰਦਾ ਰੱਬ ਨੂੰ ਨਹੀਂ ਚੇਤੇ ਕਰਦਾ। ਗੁਰੂ ਅਰਜਨ ਸਾਹਿਬ ਦਾ ਬਚਨ ਹੈ, ਮੋਰ ਉਹ ਕਬੀਰ ਦੇ ਨਾਮ ਦੀ ਵਰਤਦੇ ਨੇ। ਰਾਮ ਨਾ ਚੇਤਿਓ ਫਿਰਿਆ ਲਾਲਚ ਮਾਹੀ। ਹੁਣ ਅੰਦਰ ਬਹੁਤ ਲੋਭ ਹੈ, ਲਾਲਚ ਹੈ, ਤੇ ਲੋਭ ਕਰਕੇ, ਲਾਲਚ ਕਰਕੇ ਇੱਧਰ ਵੀ ਪਾਪ ਕੀਤੇ, ਉੱਧਰ ਵੀ ਬੁਰਾਈਆਂ ਕੀਤੀਆਂ, ਪਤਾ ਨਹੀਂ ਕਿੰਨੇ ਗੁਨਾਹ ਕਰੀ ਗਿਆ ਲੋਭ ਕਰਕੇ, ਲਾਲਚ ਕਰਕੇ। ਤੇ ਹੁਣ ਜਿਵੇਂ ਜਿਵੇਂ ਲਾਲਚ ਲੋਭ ਕਰਕੇ ਮਾੜੇ ਕੰਮ ਕਰੀ ਜਾਂਦਾ ਹੈ, ਤਿਵੇਂ ਤਿਵੇਂ ਚਿੰਤਾ ਵਧੀ ਜਾਂਦੀ ਹੈ। ਕਿਉਂਕਿ ਆਪਣੇ ਕਰਮ ਡਰਾਉਂਦੇ ਹਨ, ਜੋ ਆਪਾਂ ਅਕਸਰ ਵਿਚਾਰ ਕਰਦੇ ਹਾਂ। ਬਾਹਰੋਂ ਸਾਨੂੰ ਕੋਈ ਦੂਜਾ ਬੰਦਾ ਡਰਾ ਨਹੀਂ ਸਕਦਾ ਹੈ, ਡਰਾਉਂਦੀ ਹੈ ਸਾਡੀ ਆਪਣੀ ਘਾਟ। ਹੁਣ ਇੱਕ ਬੱਚਾ ਹੈ, ਐਨ ਉਹਨੇ ਵਧੀਆ ਮਿਹਨਤ ਕੀਤੀ ਹੈ ਪ੍ਰੀਖਿਆ ਦੇ ਲਈ, ਐਨ 100% ਬੱਚਾ ਤਿਆਰ ਹੈ, ਨਹੀਂ ਡਰਦਾ, ਜਾ ਕੇ ਪ੍ਰੀਖਿਆ 'ਚ ਬਹਿੰਦਾ ਵੀ ਹੈ ਤੇ ਅਵਲ ਵੀ ਆਉਂਦਾ ਹੈ। ਤੇ ਜਿਹਨੇ ਸਾਲ ਭਰ ਕਿਤਾਬ ਹੀ ਖੋਲ ਕੇ ਨਹੀਂ ਵੇਖੀ ਆ, ਉਹ ਤਾਂ ਫਿਰ ਪ੍ਰੀਖਿਆ ਤੋਂ ਡਰੇਗਾ ਹੀ ਡਰੇਗਾ ਨਾ। ਹੁਣ ਕੌਣ ਡਰਾਉਂਦਾ ਪਿਆ? ਉਹਦੀ ਆਪਣੀ ਘਾਟ ਡਰਾਉਂਦੀ ਪਈ ਹੈ, ਬਾਹਰ ਨਹੀਂ। ਤੇ ਚੀਜ਼ ਤਾਂ ਇੱਕੋ ਹੀ ਹੈ, ਪੜ੍ਹਨ ਵਾਲੇ ਦੇ ਲਈ ਵੀ ਉਹੀ ਪ੍ਰੀਖਿਆ ਹੈ, ਜਿਹਨੇ ਨਹੀਂ ਪੜ੍ਹਿਆ ਹੈ ਪ੍ਰੀਖਿਆ ਤੇ ਦੋਵਾਂ ਦੇ ਲਈ ਇੱਕੋ ਹੀ ਹੈ। ਪਰ ਜਿਹੜਾ ਤਿਆਰ ਸੀ ਉਹਨੂੰ ਡਰ ਕੋਈ ਨਹੀਂ, ਜਿਹਦੇ ਤਿਆਰੀ ਕੋਈ ਨਹੀਂ ਸੀ ਉਹ ਡਰਦਾ ਹੀ ਡਰਦਾ ਪਿਆ ਹੈ। ਹੁਣ ਜੇ ਬੰਦਾ ਗੁਨਾਹਗਾਰ ਹੈ ਤੇ ਡਰੇਗਾ, ਜਿਹਨੇ ਗੁਨਾਹ ਕੋਈ ਨਹੀਂ ਕੀਤਾ ਹੈ ਉਹਨੂੰ ਡਰ ਵੀ ਕਿਸੇ ਗੱਲ ਦਾ ਨਹੀਂ ਹੈ। ਸੋ ਡਰੇ ਜੇ ਪਾਪ ਕਮਾਵਦਾ ਧਰਮੀ ਵਿਗਸੇਤ। ਹੁਣ ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ, ਜਦੋਂ ਬੰਦਾ ਰੱਬ ਨੂੰ ਚੇਤੇ ਨਹੀਂ ਕਰਦਾ ਹੈ, ਫਿਰਿਆ ਲਾਲਚ ਮਾਹੇ, ਲੋਭ ਲਾਲਚ ਮਨ 'ਚ ਧਾਰਨ ਕਰਕੇ ਫਿਰਦਾ ਹੈ, ਤੇ ਉਹ ਲੋਭ ਕਰਕੇ, ਲਾਲਚ ਕਰਕੇ ਪਤਾ ਨਹੀਂ ਕਿੰਨੇ ਗੁਨਾਹ ਹੁਣ ਜਿੱਦਣ ਵੇਖੋ ਗੰਗੂ ਨੇ ਦੱਸ ਦਿੱਤਾ ਜਾਨੀ ਖਾਂ ਮਾਨੀ ਖਾਂ ਨੂੰ, ਮੁਗਲਿਆ ਹਕੂਮਤ ਨੂੰ, ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਮੇਰੇ ਘਰ ਹਨ, ਉਹਨਾਂ ਨੂੰ ਗ੍ਰਿਫਤਾਰ ਕਰ ਲਵੋ ਤੇ ਇਨਾਮ ਮੈਨੂੰ ਦਵੋ। ਔਰ ਹਕੂਮਤ ਨੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰ ਲਿਆ, ਔਰ ਗੰਗੂ ਨੂੰ ਜੋ ਉਹਨਾਂ ਨੇ ਇਨਾਮ ਵੀ ਦੇਣਾ ਸੀ ਉਹ ਇਨਾਮ ਵੀ ਦੇ ਦਿੱਤਾ। ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਹੋ ਗਈਆਂ। ਪਰ ਜਦੋਂ ਬੰਦਾ ਸਿੰਘ ਬਹਾਦਰ ਇੱਧਰ ਆਇਆ ਤੇ ਜ਼ੁਲਮ ਕਰਨ ਵਾਲੇ ਜ਼ਾਲਮਾਂ ਨੂੰ ਉਹਨੇ ਸੋਧਣਾ ਸ਼ੁਰੂ ਕੀਤਾ, ਤੇ ਗੰਗੂ ਨੂੰ ਤੇ ਕਾਂਬਾ ਛਿੜਨਾ ਹੀ ਛਿੜਨਾ ਹੈ ਨਾ। ਹੁਣ ਗੰਗੂ ਤੇ ਡਰਦਾ ਪਿਆ ਹੈ, ਹੁਣ ਉਹਨੂੰ ਕੌਣ ਡਰਾਉਂਦਾ ਪਿਆ ਹੈ? ਉੱਥੇ ਕਿੰਨੇ ਲੋਕ ਪੰਜਾਬ ਦੇ, ਹੋਰ ਕਿੰਨੇ ਗੁਰੂ ਮਹਾਰਾਜ ਜੀ ਦੇ ਘਰ ਰਹਿਣ ਵਾਲੇ ਹੋਰ ਹਿੰਦੂ ਬ੍ਰਾਹਮਣ ਹੋਣਗੇ। ਕੋਈ ਹੋਰ ਥੋੜਾ ਡਰ ਰਿਹਾ ਸੀ, ਗੰਗੂ ਡਰ ਰਿਹਾ ਸੀ। ਕਿਉਂ ਡਰ ਰਿਹਾ ਸੀ? ਕਿਉਂਕਿ ਉਹਨੂੰ ਪਤਾ ਸੀ ਮੈਂ ਕੰਮ ਇੱਦਾਂ ਦਾ ਕੀਤਾ ਹੈ ਜਿਸ ਕੰਮ ਦੀ ਮੈਨੂੰ ਸਜ਼ਾ ਮਿਲਣੀ ਹੈ। ਅੱਜ ਮਿਲ ਜਾਏ, ਕੱਲ੍ਹ ਮਿਲ ਜਾਏ, ਬੰਦਾ ਬਹਾਦਰ ਸਜ਼ਾ ਦੇ ਦੇਵੇ, ਕੋਈ ਹੋਰ ਸਜ਼ਾ ਦੇ ਦੇਵੇ, ਪਰ ਮੇਰੇ ਕੀਤੇ ਹੋਏ ਮਾੜੇ ਕੰਮ ਦਾ ਲੇਖਾ ਮੈਨੂੰ ਦੇਣਾ ਹੀ ਪੈਣਾ ਹੈ। ਹੁਣ ਕੌਣ ਡਰਾਉਂਦਾ ਪਿਆ ਹੈ ਉਹਨੂੰ? ਉਹਦੇ ਮਾੜੇ ਕਰਮ। ਤੇ ਅਖੀਰ ਜੇ ਗੰਗੂ ਮਾਰਿਆ ਗਿਆ ਹੈ ਤੇ ਉਹ ਆਪਣੇ ਮਾੜੇ ਕਰਮਾਂ ਕਰਕੇ। ਜੇ ਵਜ਼ੀਰ ਖਾਂ ਦੀ ਇਹ ਹਾਲਤ ਹੋਈ ਹੈ ਤੇ ਉਹਦੇ ਆਪਣੇ ਮਾੜੇ ਕਰਮਾਂ ਕਰਕੇ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਦੋਂ ਬੰਦਾ ਲਾਲਚ 'ਚ ਆ ਕੇ ਮਾੜਾ ਕਰਮ ਕਰਦਾ ਹੈ ਤੇ ਫਿਰ ਉਹਦੇ ਮਨ 'ਚ ਚਿੰਤਾ ਪੈਦਾ ਹੁੰਦੀ ਹੈ। ਪਾਪ ਕਰਨ ਤਾਂ ਮਰ ਗਿਆ, ਔਦ ਪੁੰਨੀ ਖਿਨ ਮਾਹੇ। ਤੇ ਲੋਭੀ ਲਾਲਚੀ ਬੰਦਾ ਪਾਪ ਕਰਦਿਆਂ ਮੁੱਕ ਜਾਂਦਾ ਹੈ, ਤੇ ਲਾਲਚ ਕਰਕੇ ਮਨ ਉਹਦਾ ਭਰਦਾ ਨਹੀਂ ਹੈ। ਤੇ ਇੱਦਾਂ ਉਹਨੂੰ ਲੱਗਦਾ ਹੈ ਕਿ ਜ਼ਿੰਦਗੀ ਤਾਂ ਬਸ ਹੁਣੇ ਹੀ ਸ਼ੁਰੂ ਹੋਈ ਤੇ ਹੁਣੇ ਹੀ ਖਤਮ ਹੋ ਗਈ ਹੈ। ਆਤਮਕ ਮੌਤੇ ਪਦਾਰਥਾਂ ਦੇ ਭੋਗ ਕੇ ਰੱਜਦਾ ਨਹੀਂ ਹੈ, ਪਾਪ ਕਰੀ ਜਾਂਦਾ, ਚਿੰਤਾਵਾਂ ਮਨ 'ਚ ਚੱਲੀ ਜਾਂਦੀਆਂ, ਪਰ ਲੋਭ ਲਾਲਚ ਦੇ ਵਿੱਚ ਹੋਰ ਪਾਪ ਕਰਦਾ। ਸੋ ਧੰਨ ਗੁਰੂ ਅਮਰਦਾਸ ਸਾਹਿਬ ਨੇ ਜਿਹੜੀ ਗੱਲ ਕੀਤੀ ਨਾ ਕਿ ਚਿੰਤਾਵਾਂ ਤੋਂ ਮੁਕਤ ਕਰਨ ਵਾਲਾ ਵੀ ਵਾਹਿਗੁਰੂ ਹੈ, ਤੇ ਉਹਨੂੰ ਸਲਾਉਣਾ ਚਾਹੀਦਾ ਹੈ। ਤੇ ਗੁਰੂ ਅਰਜਨ ਦੇਵ ਮਹਾਰਾਜ ਉਸ ਚੀਜ਼ ਦਾ ਅੱਗੇ ਹੋਰ ਥੋੜ੍ਹਾ ਵਿਆਖਿਆ ਕਰਦਿਆਂ ਕਹਿੰਦੇ ਹਨ ਕਿ ਜਿਹਨੇ ਰੱਬ ਨੂੰ ਭੁਲਾਇਆ ਪਿਆ ਹੈ ਉਹਦੀ ਤੇ ਜ਼ਿੰਦਗੀ ਫਿਰ ਚਿੰਤਾਵਾਂ ਦੇ ਵਿੱਚ ਹੀ ਲੰਘਦੀ ਹੈ। ਤੇ ਦੂਜੇ ਪਾਸੇ ਹਜ਼ੂਰ ਜੀ ਦਾ ਉਹ ਸ਼ਬਦ ਵੀ ਹੈ ਕਿ ਜਿਹਨੂੰ ਮਾਲਕ ਚੇਤੇ ਹੈ ਉਹ ਸੋਏ ਅਚਿੰਤਾ ਜਾਗ ਅਚਿੰਤਾ, ਜਹਾਂ ਕਹਾਂ ਪ੍ਰਭ ਤੂੰ ਵਰਤੰਤਾ। ਇੱਕ ਭਰੋਸਾ ਹੈ ਕਿ ਰਾਖਾ ਏਕ ਹਮਾਰਾ ਸੁਆਮੀ, ਸਗਲ ਘਟਾਕਾ ਅੰਤਰਜਾਮੀ। ਤੇ ਇਹ ਭਰੋਸਾ ਇੱਕ ਧਰਮੀ ਦੇ ਮਨ 'ਚ ਬਣ ਸਕਦਾ, ਇੱਕ ਪਾਪੀ ਦੇ ਮਨ 'ਚ ਥੋੜ੍ਹਾ ਇਹ ਭਰੋਸਾ ਬਣ ਸਕਦਾ ਹੈ। ਹੁਣ ਧਰਮੀ ਦੇ ਮਨ 'ਚ ਭਰੋਸਾ ਬਣ ਸਕਦਾ ਹੈ ਕਿ ਮੇਰਾ ਮਾਲਕ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ।
ਇੱਕ ਪਾਪੀ ਦੇ ਮਨ 'ਚ ਥੋੜ੍ਹਾ, ਗੰਗੂ ਵਰਗਿਆਂ ਦੇ ਮਨ 'ਚ ਥੋੜ੍ਹਾ ਇਹ ਭਰੋਸਾ ਬਣਨਾ ਸੀ ਕਿ ਮੇਰਾ ਮਾਲਕ ਮੇਰੇ ਨਾਲ ਹੈ ਅਤੇ ਉਹਨੇ ਮੈਨੂੰ ਬਚਾ ਲੈਣਾ। ਉਹਨੂੰ ਤਾਂ ਪਤਾ ਹੈ ਕਿ ਇਹ ਜਿੱਦਾਂ ਦੇ ਮੈਂ ਪਾਪ ਕਮਾਏ ਨੇ, ਕਿਸੇ ਨੇ ਮੇਰਾ ਕੋਈ ਸਾਥ ਨਹੀਂ ਦੇਣਾ ਹੈ। ਵੇਦਨਖੂ ਮਹਾਰਾਜ ਕਹਿੰਦੇ ਉਹ ਨਾ ਕੋ ਸਾਥੀ ਨਾ ਕੋ ਬੇਲੀ ਵਾਲੀ ਖੇਡ ਹੈ। ਅੱਗੇ ਕਬੀਰ ਸਾਹਿਬ 122 ਨੰਬਰ ਸ਼ਲੋਕ 'ਚ ਫਰਮਾਨ ਕਰਦੇ, ਕਬੀਰ ਕਾਇਆ ਕਾਚੀ ਘਰ ਵੀ ਕੇਵਲ ਕਾਚੀ ਧਾਤ। ਹੁਣ ਕਬੀਰ ਸਾਹਿਬ ਕਹਿੰਦੇ ਇਹ ਜਿਹੜਾ ਸਰੀਰ ਹੈ ਨਾ, ਇਹ ਮਿੱਟੀ ਦੇ ਇੱਕ ਭਾਂਡੇ ਦੀ ਤਰ੍ਹਾਂ ਹੈ ਅਤੇ ਨਿਰੋਲ ਮਿੱਟੀ ਦਾ ਹੀ ਇਹ ਬਣਿਆ ਹੋਇਆ ਹੈ। ਹੁਣ ਵੇਖੋ, ਸਰੀਰ ਹੈ ਮਿੱਟੀ ਦਾ ਭਾਂਡਾ, ਇਹਦੇ ਅੰਦਰ ਹੈ ਮਨ। ਮਨ ਅੰਦਰ ਭਲੇ ਅਤੇ ਬੁਰੇ ਵਿਚਾਰ ਖਿਆਲ ਬਣਦੇ ਹਨ। ਉਹ ਫਿਰ ਅੱਗੇ ਸਰੀਰ ਉਸੇ ਤਰ੍ਹਾਂ ਕਰਮ ਕਰਦਾ, ਐਕਸ਼ਨ ਕਰਦਾ ਹੈ ਜੋ ਮਨ ਅੰਦਰ ਭਲਾਈ ਹੈ, ਬੁਰਿਆਈ ਹੈ, ਧਰਮ ਹੈ, ਅਧਰਮ ਹੈ। ਹੁਣ ਬਰਤਨ ਜਿਵੇਂ ਸਾਡੇ ਘਰਾਂ 'ਚ ਸਟੀਲ ਦੇ ਜਾਂ ਹੋਰ ਕਈ ਧਾਤੂਆਂ ਦੇ ਬਰਤਨ ਹੁੰਦੇ ਹਨ। ਕੋਈ ਖੁਸ਼ਬੂਦਾਰ ਪਦਾਰਥ ਮਿੱਟੀ ਦੇ ਭਾਂਡੇ ਦੇ ਵਿੱਚ ਪਾਇਆ ਜਾਏ ਅਤੇ ਖੁਸ਼ਬੂਦਾਰ ਪਦਾਰਥ ਕਿਸੇ ਹੋਰ ਧਾਤੂ ਦੇ, ਕਹੇ ਦੇ, ਸਟੀਲ ਦੇ, ਲੋਹੇ ਦੇ ਭਾਂਡੇ ਦੇ ਵਿੱਚ ਜੇ ਪਾਇਆ ਜਾਏ, ਕੁਝ ਸਮਾਂ ਉਹ ਪਦਾਰਥ ਨੂੰ ਭਾਂਡੇ 'ਚ ਪਾਇਆ ਅਤੇ ਬਾਹਰ ਕੱਢ ਦਿੱਤਾ, ਉਦੋਂ ਬਾਅਦ ਸਟੀਲ ਵਾਲੇ ਬਰਤਨ ਨੂੰ ਸਾਫ਼ ਕਰਾਂਗੇ, ਉਹ ਸਾਫ਼ ਹੋ ਜਾਏਗਾ, ਫਿਰ ਉਹ ਉਸ ਚੀਜ਼ ਦੀ ਕੋਈ ਸੁਗੰਧੀ ਨਹੀਂ ਰਹੇਗੀ। ਪਰ ਜਿਹੜਾ ਮਿੱਟੀ ਦਾ ਭਾਂਡਾ ਹੈ ਉਹ ਫਿਰ ਉਹ ਸੁਗੰਧੀ ਵਾਲੇ ਪਦਾਰਥ ਦੇ ਸੂਖਸ਼ਮ ਅਣਾਂ ਨੂੰ ਆਪਣੇ 'ਚ ਸਮੋ ਲੈਂਦਾ ਹੈ। ਪਦਾਰਥ ਭਾਵੇਂ ਭਾਂਡੇ 'ਚੋਂ ਕੱਢ ਵੀ ਦੇਵੋ ਔਰ ਭਾਂਡੇ ਨੂੰ ਚੰਗੀ ਤਰ੍ਹਾਂ ਸਾਫ਼ ਵੀ ਕਰ ਦੇਵੋ, ਉਹ ਪਾਈ ਹੋਈ ਸੁਗੰਧੀ ਵਾਲੇ ਪਦਾਰਥ ਦੀ ਸੁਗੰਧੀ ਫਿਰ ਉਹ ਮਿੱਟੀ ਦੇ ਭਾਂਡੇ ਦੇ ਵਿੱਚੋਂ ਮਹਿਸੂਸ ਹੁੰਦੀ ਹੈ। ਭਾਂਡਾ ਟੁੱਟ ਵੀ ਜਾਵੇ, ਉਹ ਜਿਹੜਾ ਸੁਗੰਧੀ ਦਾ ਅੰਸ਼ ਹੈ ਉਹ ਫਿਰ ਵੀ ਭਾਂਡੇ 'ਚ ਰਹਿੰਦਾ ਹੈ। ਮਹਾਰਾਜ ਕਹਿੰਦੇ ਇਸੇ ਕਰਕੇ ਸਰੀਰ ਦੀ ਤੁਲਨਾ ਕੱਚੇ ਭਾਂਡੇ ਦੇ ਨਾਲ ਕੀਤੀ ਹੈ ਅਤੇ ਮਨ ਅੰਦਰ ਪਈਆਂ ਹੋਈਆਂ ਜੋ ਤਰ੍ਹਾਂ ਤਰ੍ਹਾਂ ਦੀਆਂ ਵਿਚਾਰਾਂ ਹਨ, ਉਹ ਸੁਗੰਧੀ ਅਤੇ ਦੁਰਗੰਧੀ ਦੀ ਤਰ੍ਹਾਂ ਸਮਝੋ, ਜਿਨ੍ਹਾਂ ਦਾ ਪ੍ਰਭਾਵ ਅਸਰ ਇਸ ਸਰੀਰ 'ਤੇ ਪੈਂਦਾ ਹੈ। ਜੇ ਮਨ ਅੰਦਰ ਚੰਗੇ ਵਿਚਾਰ ਬੈਠੇ ਹਨ ਅਤੇ ਉਹ ਚੰਗੇ ਵਿਚਾਰਾਂ ਦਾ ਅਸਰ ਪ੍ਰਭਾਵ ਤਨ ਦੇ ਉੱਪਰ ਵੀ ਪੈਂਦਾ ਹੈ ਅਤੇ ਤਨ ਤੋਂ ਕੀਤੇ ਜਾਣ ਵਾਲੇ ਕਰਮਾਂ 'ਤੇ ਵੀ ਪੈਂਦਾ ਹੈ। ਜੇ ਅੰਦਰ ਸੱਚ ਹੈ, ਬਾਹਰ ਬੰਦਾ ਸੱਚ ਵਾਲੇ ਕਰਮ ਕਰੇਗਾ, ਜੇ ਅੰਦਰ ਝੂਠ ਹੈ, ਬਾਹਰੋਂ ਝੂਠ ਵਾਲੇ ਕਰਮ ਕਰੇਗਾ। ਮਹਾਰਾਜ ਕਹਿੰਦੇ ਕਾਇਆ ਕਾਚੀ ਘਰ ਵੀ ਕੇਵਲ ਕਾਚੀ ਧਾਤ। ਕਾਇਆ ਜੋ ਹੈ ਇਹ ਕੱਚੇ ਭਾਂਡੇ ਦੀ ਤਰ੍ਹਾਂ ਹੈ, ਨਿਰੋਲ ਕੱਚ ਦੀ ਮਿੱਟੀ ਦੀ ਬਣੀ ਹੋਈ ਹੈ। ਇਹ ਕਾਇਆ ਸਾਬਤ ਰਾਖੈ ਤਾਂ ਰਾਮ ਭਜ, ਨਾਹੀਂ ਤਾਂ ਬਿਨਠੀ ਬਾਤ। ਹੁਣ ਕੱਚੇ ਭਾਂਡੇ ਨੂੰ ਸੰਭਾਲ ਕੇ ਵੀ ਰੱਖਣਾ ਪੈਂਦਾ ਹੈ। ਲੋਹੇ ਤਾਂਬੇ ਕਹੇ ਦਾ ਭਾਂਡਾ ਹੈ, ਹੱਥੋਂ ਛੁੱਟ ਵੀ ਜਾਵੇ, ਵੱਧ ਤੋਂ ਵੱਧ ਚਿੱਬਾ ਹੋ ਜਾਏਗਾ, ਉਹਨੂੰ ਫੇਰ ਸਿੱਧਾ ਕਰਕੇ ਵਰਤਿਆ ਜਾ ਸਕਦਾ ਹੈ। ਪਰ ਮਿੱਟੀ ਦਾ ਭਾਂਡਾ ਇੱਕ ਵਾਰ ਹੱਥੋਂ ਖਿਸਕ ਗਿਆ, ਟੁੱਟ ਗਿਆ, ਫਿਰ ਤਾਂ ਉਹ ਟੁਕੜੇ ਟੁਕੜੇ ਹੋ ਗਿਆ, ਦੁਬਾਰਾ ਉਹਨੂੰ ਨਹੀਂ ਬਣਾਇਆ ਜਾ ਸਕਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਕਾਇਆ ਹੈ ਤੇਰੀ ਕੱਚੇ ਭਾਂਡੇ ਦੀ ਤਰ੍ਹਾਂ, ਅਤੇ ਜੇ ਤੂੰ ਇਹਨੂੰ ਬਚਾ ਕੇ ਰੱਖਣਾ ਚਾਹੁੰਦਾ, ਜੇ ਤੂੰ ਚਾਹੁੰਦਾ ਹੈ ਕਿ ਵਿਕਾਰ ਇਹਨੂੰ ਜ਼ਰਜ਼ਰਾ ਨਾ ਕਰਨ, ਵਿਕਾਰ ਇਹਨੂੰ ਬਰਬਾਦ ਨਾ ਕਰਨ, ਵਿਕਾਰ ਤੇਰੇ ਜੀਵਨ ਦੀ ਖੇਡ ਨਾ ਵਿਗਾੜਨ, ਤੇ ਮਹਾਰਾਜ ਕਹਿੰਦੇ ਫਿਰ ਇੱਕੋ ਹੀ ਤਰੀਕਾ ਹੈ, ਸਾਬਤ ਰੱਖੈ ਤਾਂ ਰਾਮ ਭਜ। ਪਰਮਾਤਮਾ ਨੂੰ ਚੇਤੇ ਕਰ, ਪਰਮਾਤਮਾ ਦਾ ਸਿਮਰਨ ਕਰ। ਜੇ ਇਹਨੂੰ ਤੂੰ ਵਿਕਾਰਾਂ ਦੇ ਹੱਥੋਂ ਬਰਬਾਦ ਹੋਣ ਤੋਂ, ਟੁੱਟਣ ਤੋਂ ਬਚਾ ਕੇ ਰੱਖਣਾ ਚਾਹੁੰਦਾ ਹੈ, ਫਿਰ ਇੱਕੋ ਇੱਕ ਤਰੀਕਾ ਹੈ ਪਰਮਾਤਮਾ ਦਾ ਭਜਨ, ਪਰਮਾਤਮਾ ਦਾ ਸਿਮਰਨ, ਪਰਮਾਤਮਾ ਦੀ ਇਬਾਦਤ। ਅਤੇ ਜਿਹੜੇ ਉਹ ਇਬਾਦਤ ਸਿਮਰਨ ਭਜਨ ਕਰਦੇ ਨੇ ਉਹ ਤਾਂ ਫਿਰ ਸਫਲ ਜੀਵਨ ਵਾਲੇ ਬਣਦੇ ਹਨ। ਉਹਨਾਂ ਦਾ ਇਹ ਕੱਚਾ ਭਾਂਡਾ ਵੀ ਸਫਲ ਭਾਂਡਾ ਬਣਦਾ ਹੈ। ਅਤੇ ਜਿਹੜੇ ਮਾਲਕ ਦੀ ਇਬਾਦਤ ਤੋਂ ਟੁੱਟੇ ਰਹਿੰਦੇ ਹਨ ਔਰ ਸਿਮਰਨ ਭਜਨ ਦਇਆ ਨਹੀਂ ਕੀਨੀ ਤੋ ਮੁਖ ਚੋਟਾਂ ਖਾਵੇਂਗਾ, ਇਹ ਉਹਨਾਂ ਦੇ ਨਾਲ ਬਣਦਾ ਹੈ ਜਿਹੜੇ ਮਾਲਕ ਦੀ ਇਬਾਦਤ ਤੋਂ, ਬੰਦਗੀ ਤੋਂ ਟੁੱਟੇ ਹੋਏ ਨੇ। ਇਸ ਕਰਕੇ ਇਹ ਜਿਹੜੇ 2-3-4 ਸ਼ਲੋਕ ਆਪਾਂ ਵਿਚਾਰੇ ਨੇ, ਇਹਨਾਂ 'ਚ ਸਤਿਗੁਰੂ ਨੇ ਇਹੀ ਸਮਝਾਇਆ ਹੈ ਕਿ ਉਹ ਮਾਲਕ ਨੂੰ ਸਿਮਰੋ, ਮਾਲਕ ਨੂੰ ਸਲਾਹੋ। ਜੇ ਕੋਈ ਚਿੰਤਾ ਦਾ ਸਮਾਂ ਵੀ ਬਣਦਾ ਹੈ ਤੇ ਉਸ ਮਾਲਕ 'ਤੇ ਟੇਕ ਰੱਖੋ। ਮਾਲਕ ਆਪੇ ਹੀ ਕਾਰਜ ਰਾਸ ਕਰਨ ਵਾਲਾ ਹੈ ਅਤੇ ਆਪੇ ਹੀ ਸਾਨੂੰ ਚਿੰਤਾ ਮੁਕਤ ਕਰਨ ਵਾਲਾ ਹੈ। ਅਤੇ ਮਾਲਕ ਨੂੰ ਧਿਆਉਂਦਿਆਂ ਲੋਭ ਲਾਲਚ ਆਦਿਕ ਨੂੰ ਛੱਡ ਕੇ ਮਾੜੇ ਕਰਮ ਨਹੀਂ ਕਰਨੇ ਹਨ,
ਤਾਂ ਕਿ ਅੰਦਰ ਡਰ ਤੇ ਖੌਫ ਵਾਲੀ ਬਿਰਤੀ ਤੇ ਸੁਭਾਅ ਨਾ ਬਣੇ। ਨਿਰੰਕਾਰ ਨੂੰ ਜਪਦਿਆਂ, ਨਿਰਭਉ ਨੂੰ ਜਪਦਿਆਂ ਨਿਰਭਉ ਜੀਵਨ ਬਣਾਈਏ। ਨਿਰਭਉ ਜਪੈ ਸਗਲ ਭਉ ਮਿਟੈ। ਅੰਦਰੋਂ ਤੇ ਬਾਹਰੋਂ ਸੁਕਰਮੀ ਬਣੀਏ, ਚੰਗੇ ਕਰਮਾਂ ਵਾਲੇ ਬਣੀਏ, ਜੀਵਨ ਸਫਲ ਹੋਵੇ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।